Hey guys, welcome back to my channel. Alsvi Suraj. I hope you guys are doing well. Guys, आज ਆਪਾਂ डिस्कस ਕਰਨ ਜਾ ਰਹੇ ਹਾਂ ਰੀਡਿੰਗ ਦੀ ਇੰਪੋਰਟੈਂਟਸ ਡਿਸਕਸ਼ਨ ਟਿਪ ਐਂਡ ਟ੍ਰਿਕਸ ਆਪਾਂ ਸਾਰਿਆਂ ਦੇ ਵਰਕ ਕਰਾਂਗੇ। ਕਾਫੀ ਸਟੂਡੈਂਟਸ ਨੂੰ ਇਹਦੇ ਵਿੱਚ ਦਿੱਕਤ ਆਉਂਦੀ ਹੈ ਕਿ ਰੀਡਿੰਗ ਨੂੰ ਸੋਲਵ ਕਿਵੇਂ ਕਰਨਾ ਐਂਡ ਬਹੁਤ ਸਾਰੇ ਸਟੂਡੈਂਟਸ ਦੇ ਜਿਹੜੇ ਬੈਂਡ ਸਕੋਰ ਆ ਇਸ ਦੇ ਵਿੱਚੋਂ ਹੀ ਘਟਦੇ ਆ। ਸੋ ਅੱਜ ਪ੍ਰੋਪਰਲੀ ਆਪਾਂ ਡਿਸਕਸ਼ਨ ਕਰਾਂਗੇ, ਲਾਸਟ ਤੱਕ ਜਰੂਰ ਦੇਖਿਓ ਵੀਡੀਓ। ਗਾਇਸ ਸੋ ਸਟਾਰਟ ਕਰਦੇ ਆਪਣੀ ਅੱਜ ਦੀ ਰੀਡਿੰਗ ਦੀ ਡਿਸਕਸ਼ਨ। ਫਸਟ ਆਫ ਆਲ ਸਾਨੂੰ ਸਮਝਣਾ ਪੈਣਾ ਕਿ ਰੀਡਿੰਗ ਹੁੰਦੀ ਕੀ ਆ। What is reading? ਰੀਡਿੰਗ ਹੁੰਦੀ ਆ ਜਿਹਦੇ ਵਿੱਚ ਸਾਨੂੰ ਇੱਕ ਚੀਜ਼ ਨੂੰ ਪੜ੍ਹਨਾ ਹੁੰਦਾ ਥਰੂ ਆਊਟ ਦਾ ਅਸੀਂ ਆਪਣੀ ਲਾਈਫ ਜਿੰਨੀ ਤੁਸੀਂ ਐਜੂਕੇਸ਼ਨ ਕਰਦੇ ਹੋ ਉਹਨੂੰ ਪੜ੍ਹਦੇ ਆਉਂਦੇ ਹੋ। ਜਿਹੜੀ ਤੁਸੀਂ ਰੀਡਿੰਗ ਨੂੰ ਪੜ੍ਹਦੇ ਹੋ ਉਹ ਰੀਡਿੰਗ ਨੂੰ ਪੜ੍ਹਨ ਤੋਂ ਬਾਅਦ ਉਹਦੇ ਵਿੱਚੋਂ ਤੁਸੀਂ ਕੁਐਸਚਨ ਫਾਈਂਡ ਆਊਟ ਕਰਨੇ ਹੁੰਦੇ ਆ। ਕਲਾਸਿਸ ਦੇ ਵਿੱਚ ਸਾਨੂੰ ਇਹੀ ਚੀਜ਼ ਈਜ਼ੀ ਵੇ ਨਾਲ ਹੁੰਦੀ ਆ, ਹੌਲੀ ਹੌਲੀ ਜਾ ਕੇ ਬਾਏ ਦਾ ਟਾਈਮ ਆਇਲਸ ਦੇ ਵਿੱਚ ਆ ਕੇ ਇਹ ਚੀਜ਼ ਟਫ ਹੋ ਜਾਂਦੀ ਆ। ਫਸਟ ਆਫ ਆਲ ਰੀਡਿੰਗ ਕਰਨ ਤੋਂ ਪਹਿਲਾਂ ਸਾਨੂੰ ਇਹ ਚੀਜ਼ ਦਾ ਪਤਾ ਹੋਵੇ ਕਿ ਕਿੰਨੀਆਂ ਟਾਈਪਸ ਆ, ਕਿਸ ਵੇ ਨਾਲ ਅਟੈਂਪਟ ਹੋਣੀਆਂ। ਫਸਟ ਆਫ ਆਲ ਟਾਈਪਸ ਕਿਹੜੀਆਂ ਹੁੰਦੀਆਂ? ਟਰੂ ਫਾਲਸ, ਯੈਸ ਨੋ, ਫਿਲ ਇਨ ਦਾ ਬਲੈਂਕ, ਸਮਰੀ, ਲਿਸਟ ਆਫ ਹੈਡਿੰਗਸ, ਐਮਸੀਕਿਊ ਐਂਡ ਸੋ ਔਨ। ਇਸ ਤਰੀਕੇ ਦੀਆਂ ਬਹੁਤ ਟਾਈਪਸ ਹੁੰਦੀਆਂ। ਹਰ ਇੱਕ ਟਾਈਪ ਨੂੰ ਕਰਨ ਦਾ ਇੱਕ ਅਲੱਗ ਵੇ ਹੁੰਦਾ, ਹਰ ਇੱਕ ਟਾਈਪ ਨੂੰ ਇੱਕ ਅਲੱਗ ਤਰੀਕੇ ਦੇ ਨਾਲ ਅਸੀਂ ਅਟੈਂਪਟ ਕਰਦੇ ਹਾਂ, ਰਾਈਟ। ਇਹਦੇ ਲਈ ਸਾਨੂੰ ਤਿੰਨ ਪੈਸੇजेस ਦੇ ਵਿੱਚ ਡਿਵਾਈਡ ਕੀਤਾ ਜਾਂਦਾ, ਪੈਸੇਜ 1, ਪੈਸੇਜ 2, ਪੈਸੇਜ 3। ਤਿੰਨ ਪੈਸੇਜ ਅਟੈਂਪਟ ਕਰਨੇ ਹੁੰਦੇ ਆ 1 ਆਵਰ ਦੇ ਵਿੱਚ, ਜਿਹਦੇ ਵਿੱਚ 40 ਕੁਐਸਚਨ ਹੁੰਦੇ ਆ। ਹਰ ਇੱਕ ਕੁਐਸਚਨ ਦੇ ਲਈ ਸਾਨੂੰ 1.5 ਮਿੰਟ ਯਾਨੀ ਕਿ 1.5 ਮਿੰਟ ਦਿੱਤਾ ਜਾਂਦਾ, ਜਿਹੜਾ ਕਿ ਇਨਫ ਹੈ। ਇਨ ਕੇਸ ਤੁਹਾਨੂੰ ਕੁਐਸਚਨ ਨਹੀਂ ਫਾਈਂਡ ਆਊਟ ਹੋ ਰਿਹਾ ਤੁਸੀਂ ਉਹਨੂੰ ਡ੍ਰੌਪ ਕਰ ਦਿਓ, ਉਹ ਕੁਐਸਚਨ ਨੂੰ ਲੀਵ ਕਰ ਦਿਓ। ਕਿਉਂਕਿ ਜਿਹੜਾ ਤੁਸੀਂ ਅਗਰ ਤੁਹਾਨੂੰ 1.5 ਮਿੰਟਸ ਨਹੀਂ ਮਿਲ ਰਿਹਾ ਤੁਸੀਂ ਨੈਕਸਟ ਜਿਹੜੇ ਕੁਐਸਚਨ ਦਾ ਟਾਈਮ ਨਾ ਵੇਸਟ ਕਰੋ, ਹੋ ਸਕਦਾ ਤੁਹਾਨੂੰ ਉਹ ਈਜ਼ੀ ਵੇ ਨਾਲ ਮਿਲ ਜੇ। ਸੋ 1 ਬਾਈ 1 ਆਪਾਂ ਡਿਸਕਸ਼ਨ ਕਰਾਂਗੇ ਟੌਪਿਕਸ ਦੀ, ਲਾਈਕ ਹਰ ਇੱਕ ਟਾਈਪ ਦੀ ਡਿਸਕਸ਼ਨ ਕਰਾਂਗੇ। ਸਭ ਤੋਂ ਪਹਿਲੀ ਤੁਹਾਡੇ ਕੋਲ ਟਾਈਪ ਆਉਂਦੀ ਆ ਲਿਸਟ ਆਫ ਹੈਡਿੰਗਸ। ਲਿਸਟ ਆਫ ਹੈਡਿੰਗਸ ਕੀ ਹੁੰਦੀਆਂ? ਤੁਹਾਡੇ ਕੋਲ ਪੈਰਾਗ੍ਰਾਫ ਦਿੱਤੇ ਹੋਏ ਆ, ਪੈਰਾਗ੍ਰਾਫ A B C D, ਇਸ ਵੇ ਨਾਲ ਪੈਰਾਗ੍ਰਾਫ ਹੈ ਜਾਂ ਸੈਕਸ਼ਨ A B C D ਇਸ ਤਰੀਕੇ ਨਾਲ ਲਿਖਿਆ ਹੁੰਦਾ। ਜਿਹੜੀਆਂ ਤੁਹਾਡੇ ਕੋਲ ਰੋਮਨ ਵਰਡਸ ਵਿੱਚ 1 2 3 4 5 ਜਿੰਨੀਆਂ ਵੀ ਆਪਸ਼ਨਸ ਦਿੱਤੀਆਂ ਹੁੰਦੀਆਂ ਤੁਸੀਂ ਉਹਦੇ ਨਾਲ ਮੈਚ ਕਰਨਾ। ਸਭ ਤੋਂ ਪਹਿਲਾਂ ਫੋਰ ਐਗਜ਼ਾਮਪਲ ਤੁਹਾਡੇ ਕੋਲ ਸੈਕਸ਼ਨ A ਆ, ਇਹ ਉਹਦਾ ਪੈਰਾਗ੍ਰਾਫ ਹੈ। ਸੈਕਸ਼ਨ A ਦੇ ਪੈਰਾਗ੍ਰਾਫ ਦੀਆਂ ਤੁਹਾਡੇ ਕੋਲ ਫੋਰ ਐਗਜ਼ਾਮਪਲ ਇੰਨੀਆਂ ਲਾਈਨਸ ਆ, ਇਹ ਤੁਹਾਡਾ ਪੈਰਾਗ੍ਰਾਫ ਆ। ਇਹਦੇ ਵਿੱਚੋਂ ਤੁਸੀਂ ਪਹਿਲੀਆਂ 2 ਲਾਈਨਸ ਨੂੰ ਪੜ੍ਹ ਲਓ। ਫਸਟ 2 ਲਾਈਨਸ ਨੂੰ ਪੜ੍ਹਨ ਤੋਂ ਬਾਅਦ ਅੰਡਰਸਟੈਂਡ ਕਰੋ ਕਿ ਉਹ ਕਹਿਣਾ ਕੀ ਚਾਹੁੰਦੇ ਆ। ਜੋ ਕਹਿਣਾ ਚਾਹੁੰਦੇ ਆ, ਜਿਹੜੀਆਂ ਇੱਥੇ ਤੁਹਾਡੇ ਕੋਲ 1 2 3 ਕਰਕੇ ਆਪਸ਼ਨਸ ਪਈਆਂ ਉਹਨਾਂ 'ਚੋਂ ਪੜ੍ਹਨਾ ਸਟਾਰਟ ਕਰੋ ਵੀ ਇਹ ਕੀ ਚੀਜ਼ ਆ। ਫੋਰ ਐਗਜ਼ਾਮਪਲ ਇੱਥੇ ਕੋਈ ਗੱਲ ਪਈ ਆ, ਉਹ ਤੁਹਾਡੀ ਇਹਦੇ ਨਾਲ ਨਹੀਂ ਮੈਚ ਹੋ ਰਹੀ, ਛੱਡ ਦਿਓ। ਇਹਦੇ ਨਾਲ ਨਹੀਂ ਹੋ ਰਹੀ, ਛੱਡ ਦਿਓ। ਇਹਦੇ ਨਾਲ ਮੈਚ ਹੋ ਗਈ, ਰਾਈਟ, ਇਹਨੂੰ ਹੋਲਡ ਕਰ ਲਓ। ਅਗਰ ਤੁਹਾਨੂੰ ਡਾਊਟ ਆ ਫਿਰ ਲਿਸਟ ਆਫ ਹੈਡਿੰਗ ਦੇ ਲਈ ਲਾਸਟ 2 ਲਾਈਨਸ ਨੂੰ ਪੜ੍ਹ ਲਓ। ਉਹ ਚੀਜ਼ਾਂ ਤੁਹਾਨੂੰ ਕਲੀਅਰ ਕਰ ਦੇਣਗੀਆਂ ਕਿ ਯੈਸ ਇਹੀ ਆਨਸਰ ਆਂਦਾ ਪਿਆ। ਮਤਲਬ ਲਿਸਟ ਆਫ ਹੈਡਿੰਗਸ ਨੂੰ ਅਗਰ ਤੁਸੀਂ ਅਟੈਂਪਟ ਕਰਨਾ ਹੈ ਉਹਦੇ ਲਈ ਪਹਿਲੀਆਂ 2 ਲਾਈਨਾਂ ਤੇ ਲਾਸਟ ਵਾਲੀਆਂ 2 ਲਾਈਨਾਂ ਪੜੋਗੇ ਅਗਰ ਪੈਰਾਗ੍ਰਾਫ ਲੈਂਥੀ ਆ। ਇਨ ਕੇਸ ਤੁਹਾਡੇ ਕੋਲ ਪੈਰਾਗ੍ਰਾਫ ਛੋਟਾ ਲਾਈਕ 5 to 6 ਲਾਈਨਸ ਦਾ, 7 ਲਾਈਨਸ ਦਾ, ਤੁਸੀਂ ਪੈਰਾਗ੍ਰਾਫ ਸਾਰਾ ਪੜੋਗੇ। ਅਗਰ ਤੁਹਾਡੇ ਕੋਲ ਪੈਰਾਗ੍ਰਾਫ ਲੈਂਥੀ ਆ 7 ਲਾਈਕ 8 9 10 11 ਕਾਫੀ ਵੱਡਾ ਪੈਰਾਗ੍ਰਾਫ ਆ, ਪਹਿਲੀਆਂ 2-3 ਲਾਈਨਾਂ ਪੜੋ, ਲਾਸਟ ਵਾਲੀਆਂ 2-3 ਲਾਈਨਾਂ ਪੜੋ, ਤੁਹਾਨੂੰ ਆਨਸਰ ਤੁਹਾਡਾ ਡੈਫੀਨੇਟਲੀ ਮਿਲੂਗਾ। ਕਲੀਅਰ? ਇਹ ਆ ਸਾਡਾ ਲਿਸਟ ਆਫ ਹੈਡਿੰਗਸ ਨੂੰ ਅਟੈਂਪਟ ਕਰਨ ਦਾ ਵੇ। ਸਾਰਾ ਪੈਰਾ ਪੜ੍ਹ ਕੇ ਅਸੀਂ ਆਪਣਾ ਟਾਈਮ ਵੇਸਟ ਨਹੀਂ ਕਰਾਂਗੇ। ਜਦੋਂ ਅਸੀਂ ਸਾਰਾ ਪੈਰਾਗ੍ਰਾਫ ਪੜ੍ਹਨ ਲੱਗ ਪੈਂਦੇ ਆ ਸਾਡੇ ਕੋਲ ਟਾਈਮ ਦੀ ਸ਼ਾਰਟੇਜ ਆ ਜਾਂਦੀ ਆ। ਟਾਈਮ ਘਟਣ ਕਰਕੇ ਅਸੀਂ ਆਪਣਾ ਰੀਡਿੰਗ ਨੂੰ ਪ੍ਰੋਪਰ ਟਾਈਮ ਤੇ ਅਟੈਂਪਟ ਨਹੀਂ ਕਰ ਪਾਉਂਦੇ, ਜਿਹਦੇ ਕਰਕੇ ਅਸੀਂ 5.5 ਬੈਂਡ ਤੇ ਸਟਕ ਹੋ ਜਾਂਦੇ ਆ। ਕਲੀਅਰ? ਸੇਮ ਵੇ ਦੇ ਨਾਲ, ਸਿਮਿਲਰ ਵੇ ਦੇ ਨਾਲ ਪੈਰਾਗ੍ਰਾਫਸ ਨੂੰ ਅਟੈਂਪਟ ਕਰਨਾ। ਜਿਵੇਂ ਲਿਸਟ ਆਫ ਹੈਡਿੰਗ ਕਰਦੇ ਆ ਉਵੇਂ ਨੈਕਸਟ ਟਾਈਪ ਆਉਂਦੀ ਸਾਡੇ ਕੋਲੇ ਪੈਰਾਗ੍ਰਾਫਿੰਗ। ਪੈਰਾਗ੍ਰਾਫਿੰਗ ਕੀ ਹੁੰਦੀ ਆ? ਸਾਡੇ ਕੋਲ ਇਨਫੋਰਮੇਸ਼ਨ ਦਿੱਤੀ ਹੋਈ ਆ, ਲਾਈਕ ਸੈਂਟੈਂਸ ਦਿੱਤਾ, ਉਹ ਦੱਸਣਾ ਕਿ ਕਿਹੜੇ ਪੈਰਾਗ੍ਰਾਫ ਨਾਲ ਮੈਚ ਕਰਦਾ। ਉਹਦਾ ਵੀ ਸੇਮ ਹੈ, ਪਹਿਲੀਆਂ 2-3 ਲਾਈਨਾਂ, ਲਾਸਟ ਵਾਲੀਆਂ 2 ਲਾਈਨਾਂ। ਇਹਨਾਂ ਦੇ ਵਿੱਚੋਂ ਤੁਹਾਨੂੰ ਆਨਸਰ 99% ਮਿਲ ਜਾਂਦਾ। ਬਹੁਤ ਘੱਟ 1-ਅੱਧਾ% ਚਾਂਸ ਆ ਕਿ ਉਸ ਚੀਜ਼ ਦੇ ਵਿੱਚੋਂ ਆਨਸਰ ਨਾ ਮਿਲੇ। ਸੋ ਟਰਾਈ ਕਰੋ ਇਹਨਾਂ ਦੇ ਵਿੱਚੋਂ ਹੀ ਫਾਈਂਡ ਆਊਟ ਕਰਨ ਦੀ। ਪੈਰਾਗ੍ਰਾਫ ਛੋਟਾ, ਸੇਮ ਸਟ੍ਰੈਟਜੀ, ਸਾਰਾ ਪੜੋ। ਅਗਰ ਲੱਗਦਾ ਕਿ ਪੈਰਾਗ੍ਰਾਫ ਲੈਂਥੀ ਆ ਤਾਂ ਲਾਈਕ ਪਹਿਲੀਆਂ 2-3 ਲਾਈਨਾਂ, ਲਾਸਟ ਵਾਲੀਆਂ 2-3 ਲਾਈਨਾਂ। ਇੱਕ ਤਾਂ ਤੁਹਾਡਾ ਟਾਈਮ ਬਚੂਗਾ, ਇੱਕ ਤੁਹਾਨੂੰ ਈਜ਼ੀਲੀ ਆਨਸਰ ਮਿਲਣਗੇ ਐਂਡ ਐਕੂਰੇਟ ਹੋਣ ਦੇ ਵੀ ਚਾਂਸਸ ਜ਼ਿਆਦਾ ਹੋਣਗੇ ਕਿ ਤੁਹਾਡਾ ਆਨਸਰ ਸਹੀ ਜਾਊਗਾ। ਲਿਸਟ ਆਫ ਹੈਡਿੰਗ ਤੇ ਪੈਰਾਗ੍ਰਾਫਿੰਗ ਸਿਮਿਲਰ ਆ, ਬਸ ਥੋੜਾ ਅਟੈਂਪਟ ਕਰਨ ਦਾ ਵੇ ਸਿਮਿਲਰ ਆ, ਚੀਜ਼ਾਂ ਅਲੱਗ-ਅਲੱਗ ਆ। ਨੈਕਸਟ ਆ ਜਾਂਦੇ ਆ ਜੀ ਸਮਰੀ ਐਂਡ ਫਿਲ ਇਨ ਦਾ ਬਲੈਂਕ। ਦੋਨੋਂ ਹੁੰਦੇ ਤਾਂ ਬਲੈਂਕਸ ਹੀ ਆ। ਹੁਣ ਸਮਝਣ ਵਾਲੀ ਗੱਲ ਹੈ ਕਿ ਫਿਲ ਇਨ ਦਾ ਬਲੈਂਕਸ ਤੇ ਸਮਰੀ ਹੁੰਦੀ ਕੀ ਆ। ਸਭ ਤੋਂ ਪਹਿਲੀ ਗੱਲ ਇਹਦੀ ਇੱਕ ਇਨਫੋਰਮੇਸ਼ਨ ਉੱਪਰ ਨਾ ਇੱਕ ਤੁਹਾਡੇ ਕੋਲ ਲਾਈਕ ਉਹ ਦਿੱਤਾ ਹੁੰਦਾ ਕਿ ਕਿੰਨੇ ਵਰਡਸ ਦਾ ਆਨਸਰ ਹੋਣਾ ਚਾਹੀਦਾ। no more than 2 words, no more than 3 words। ਇਨਸਟਰਕਸ਼ਨਸ ਨੂੰ ਪੜਨ ਤੋਂ ਬਾਅਦ ਫਿਰ ਤੁਸੀਂ ਆਪਣਾ ਆਨਸਰ ਲਗਾਉਣਾ। ਅਗਰ ਤੁਸੀਂ ਆਪਣਾ ਆਨਸਰ ਸੋਚ ਕੇ ਨਹੀਂ ਲਗਾ ਰਹੇ ਜਾਂ ਇਨਸਟਰਕਸ਼ਨਸ ਨੂੰ ਪੜ੍ਹ ਕੇ ਨਹੀਂ ਲਗਾ ਰਹੇ, ਉਹ ਵੀ ਚਾਂਸਸ ਹੁੰਦੇ ਰੋਂਗ ਹੁੰਦੇ। ਉਹ ਹੁੰਦਾ
पंजाबी च आपां कह दईए नजायज़ गलती। पहले उपर देखो नो मोर देन 2 वर्ड्स है, नो मोर देन 3 वर्ड्स है, नो मोर देन 1 वर्ड है। जिन्ने वर्ड्स की लिमिट दी हुई आ उन्ने वर्ड तो वध दा पहली गल आंसर नहीं होना चाहिए। दूजी गल फिलिंग द ब्लैंक्स हुंदे आ जिहड़े तुहाडे कोल सेंटेंसेस दित्ते हुंदे, एक प्रॉपर सेंटेंस दित्ता हुंदा। समरी हुंदी आ एक पैराग्राफ पूरे दे विच दित्ती हुंदी आ। थर्ड हुंदा तुसीं वोकैब दे नाल फाइंड आउट करदे हो समरी नूं कि नीचे वोकैब दित्ती हुई आ किहड़ा मैच करना, ਉਹ ਤੁਹਾਡੀ ਵੋਕੈਬ ਵਾਲੀ ਹੋਗੀ ਤੁਹਾਡੀ ਨੌਲੇਜ ਤੇ, ਉਹ ਤੁਸੀਂ ਆਪਣੀ ਨੌਲੇਜ ਨਾਲ ਜਿੰਨੀ ਵੋਕੈਬ ਪਤਾ ਉਹਦੇ ਥਰੂ ਆਨਸਰ ਲਾਓਗੇ। ਬਟ ਇਹਨੂੰ ਕਰਨ ਦੇ ਲਈ ਇੱਕੋ ਚੀਜ਼ ਆ, ਤੁਹਾਨੂੰ ਇੱਕ ਬਲੈਂਕ ਆ ਸਮਰੀ ਦੀ ਲਾਈਨ ਨੂੰ ਪੜੋ, ਉਹਨੂੰ 2 ਤੋਂ 3 ਪਾਰਟਸ ਦੇ ਵਿੱਚ ਡਿਵਾਈਡ ਕਰ ਲਓ, ਇਹਦਾ ਮੀਨਿੰਗ ਕੀ ਨਿਕਲਦਾ ਪਿਆ, ਬਹੁਤ ਸੋਹਣੇ ਤਰੀਕੇ ਨਾਲ ਬਹੁਤ ਸੌਖੇ ਤਰੀਕੇ ਨਾਲ ਇਹਦਾ ਮੀਨਿੰਗ ਕੱਢੋ ਕਿ ਵੀ ਇਹਦਾ ਮੀਨਿੰਗ, ਉਹਦਾ ਮੀਨਿੰਗ ਕੱਢਣ ਤੋਂ ਬਾਅਦ ਬਲੈਂਕਸ ਵਾਲੀ ਲੋਕੇਸ਼ਨ ਤੇ ਜਾਓ, ਤੁਹਾਨੂੰ ਆਨਸਰ ਸਮਝ ਕੇ ਸੋਚ ਕੇ ਮਿਲ ਜੂਗਾ ਕਿ ਇਹਦੇ ਵਿੱਚ ਡਿਮਾਂਡ ਕਾਦੀ ਆ ਰਹੀ ਆ। ਸਮਟਾਈਮ ਸਬਜੈਕਟ ਨਹੀਂ ਹੁੰਦਾ, ਤੁਹਾਨੂੰ ਪਤਾ ਲੱਗ ਜੂਗਾ, ਵਰਬ ਨਹੀਂ ਹੈਗੀ ਜਾਂ ਜਿਵੇਂ ਇਜ਼ ਆਰ ਲੱਗਿਆ ਹੁੰਦਾ ਉਸ ਤੋਂ ਬਾਅਦ ਕੀ ਆਉਣਾ ਪਤਾ ਹੀ ਹੈ ਕਿ ਵਰਬ ਦੀ ਥਰਡ ਫਾਰਮ ਆਉਣੀ ਹੈ। ਇਸ ਤਰੀਕੇ ਨਾਲ ਆਨਸਰ ਹੋ ਸਕਦਾ। ਜੇ ਬਲੈਂਕ ਆ ਮੰਨ ਲਓ ਬਲੈਂਕ ਸੇ ਤੋਂ ਪਹਿਲਾਂ ਈ ਜਾਂ ਐਨ ਸੌਰੀ ਜੇ ਐਨ ਲੱਗਾ ਹੋਇਆ ਇੱਥੇ ਸਾਨੂੰ ਪਤਾ ਕਿ ਆਨਸਰ ਵੋਵਲ ਚ ਆਊਗਾ, ਲਾਈਕ ਏ ਈ ਆਈ ਓ ਯੂ ਦੇ ਨਾਲ ਸਟਾਰਟ ਹੁੰਦਾ ਆਨਸਰ ਹੋਊਗਾ ਕੋਈ। ਸਮਰੀ ਜਿਹੜੇ ਬਲੈਂਕਸ ਆ ਉਹ ਮੋਸਟਲੀ ਕੀ ਹੁੰਦਾ ਸੀਕੁਐਂਸ ਫੋਲੋ ਕਰਦੇ ਆ ਕਿ ਜਿੱਥੋਂ ਪਹਿਲਾਂ ਮਿਲ ਗਿਆ ਲਾਈਨ ਵਾਈਜ਼ ਸਟਾਰਟ ਹੁੰਦੇ ਹੋਣਗੇ। ਬਟ ਜਿਹੜੇ ਸਮਰੀ ਆ ਉਹਦੇ ਚਾਂਸਸ ਕੀ ਹੁੰਦੇ 90% ਪਰ ਨੀਚੇ ਮਿਲ ਹੋ ਸਕਦਾ ਇੱਕੋ ਪੈਰਾਗ੍ਰਾਫ ਚ ਪਈ ਹੋਵੇ ਤੇ ਮੋਸਟਲੀ ਇਹ ਥਰਡ ਪੈਰਾਗ੍ਰਾਫ ਚ ਹੁੰਦੀ ਆ, ਸੌਰੀ ਥਰਡ ਪੈਸੇਜ ਚ ਹੁੰਦੀ ਆ। ਇਹਦਾ ਕੀ ਹੁੰਦੇ ਚਾਂਸਸ ਕਿ ਤੁਹਾਨੂੰ ਪਹਿਲਾ ਸੈਂਟੈਂਸ ਜੇ ਤੁਹਾਨੂੰ ਮਿਲ ਸਕਦਾ ਉੱਪਰੋਂ ਮਿਲੇ, ਤੀਜਾ ਨੀਚੋਂ, ਐਂ ਕਰਕੇ ਸਮਰੀ ਆ ਜਿਹੜੀ ਸੀਕੁਐਂਸ ਘੱਟ ਫੋਲੋ ਕਰਦੀ ਆ। ਤੁਸੀਂ ਜਦੋਂ ਸਮਰੀ ਅਟੈਂਪਟ ਕਰਦੇ ਹੋ ਇਸ ਚੀਜ਼ ਨੂੰ ਲੈ ਕੇ ਕੰਫਰਟੇਬਲ ਨਹੀਂ ਰਹਿਣਾ ਕਿ ਜਿੱਥੋਂ ਸਾਨੂੰ ਪਹਿਲਾਂ ਮਿਲ ਗਿਆ ਲਾਈਨ ਵਾਈਜ਼ ਮਿਲਦੇ ਜਾਓਗੇ। ਬੀ ਕੇਅਰਫੁਲ, ਪੈਰਾ ਨੂੰ ਧਿਆਨ ਨਾਲ ਪੜ੍ਹਨਾ। ਜਿਹੜੀ ਸਮਰੀ ਆ ਕੀ ਹੁੰਦਾ ਚਾਂਸਸ ਕਿ 1 ਤੋਂ 2 ਪੈਰਾਗ੍ਰਾਫ ਦੇ ਵਿੱਚ ਖਤਮ ਹੋ ਜਾਂਦੀ ਹੈ। ਸੋ ਇਹ ਫਿਲਿੰਗ ਦਾ ਬਲੈਂਕਸ ਐਂਡ ਆਪਣਾ ਸਮਰੀ ਨੂੰ ਅਟੈਂਪਟ ਕਰਨ ਦਾ ਵੇ ਆ। ਲਿਸਟ ਆਫ ਹੈਡਿੰਗ, ਪੈਰਾਗ੍ਰਾਫਿੰਗ, ਸਮਰੀ, ਫਿਲਿੰਗ ਦਾ ਬਲੈਂਕਸ। ਨੈਕਸਟ ਆ ਗਿਆ ਐਮਸੀਕਿਊਜ਼। ਐਮਸੀਕਿਊ ਕੀ ਹੁੰਦਾ ਮਲਟੀਪਲ ਕੁਐਸਚਨ, ਮਤਲਬ ਇੱਕ ਕੁਐਸਚਨ ਆ ਜਿਹਦੀਆਂ ਮਲਟੀਪਲ ਚੁਆਇਸ ਦੀਆਂ ਜਿਵੇਂ ਤੁਸੀਂ ਇੱਕ ਕੁਐਸਚਨ ਪੜ੍ਹਦੇ ਹੋ ਤੇ ਨੀਚੇ ਲਿਖਿਆ ਹੁੰਦਾ A B C ਜਾਂ A B C D ਜਾਂ 4 ਆਪਸ਼ਨਾਂ ਹੁੰਦੀਆਂ ਜਾਂ 3 ਇੱਕ ਲਗਾਣੀ ਹੁੰਦੀ ਆ। ਇਹਦੇ ਲਈ ਕੀ ਆ ਪਹਿਲੀ ਚੀਜ਼ ਦਾ ਕੁਐਸਚਨ ਨੂੰ ਧਿਆਨ ਨਾਲ ਸਮਝਣਾ, ਕੁਐਸਚਨ ਨੂੰ ਅੰਡਰਸਟੈਂਡ ਕਰਨ ਤੋਂ ਬਾਅਦ ਤੁਸੀਂ ਜਾਣਾ ਪੈਰਾਗ੍ਰਾਫ ਦੇ ਵਿੱਚ ਕਿ ਕਿੱਥੇ ਲੋਕੇਸ਼ਨ ਮਿਲਦੀ ਆ। ਜਿੱਥੇ ਵੀ ਤੁਹਾਨੂੰ ਲੋਕੇਸ਼ਨ ਟ੍ਰੇਸ ਹੋ ਜਾਂਦੀ ਆ ਉਸ ਤੋਂ ਬਾਅਦ ਆਪਣੇ ਵਾਪਸ ਤੁਸੀਂ ਐਮਸੀਕਿਊਜ਼ ਤੇ ਆ ਜਾਓ ਲੋਕੇਸ਼ਨ ਨੂੰ ਲੈਣ ਤੋਂ ਬਾਅਦ। A ਦੇ ਵਿੱਚ ਪੜੋ ਕੀ ਲਿਖਿਆ, B ਦੇ ਵਿੱਚ ਪੜੋ ਕੀ ਲਿਖਿਆ, C ਦੇ ਵਿੱਚ ਦੇਖੋ ਕੀ ਲਾਈਕ ਲਿਖਿਆ ਹੋਇਆ। ਤਿੰਨਾਂ ਨੂੰ ਪੜਨ ਤੋਂ ਬਾਅਦ ਤੁਹਾਨੂੰ ਆਪਣੇ ਆਨਸਰ ਨੂੰ ਹੋ ਸਕਦਾ ਪਹਿਲਾ ਤੁਹਾਡੀ ਆਪਸ਼ਨ ਨਾ ਦਿੱਤੀ ਹੋਵੇ, ਦੂਜੀ ਕੰਟਰਾਡਿਕਟ ਕਰਦੀ ਹੋਵੇ ਲਾਈਕ ਹਾਫ ਮਿਸਮੈਚ ਹੋਵੇ, ਥਰਡ ਤੁਹਾਡੀ ਰੀਫਰੇਜ਼ ਕਰਕੇ ਇਨਫੋਰਮੇਸ਼ਨ ਹੋਵੇ। ਫੋਰ ਐਗਜ਼ਾਮਪਲ ਤੁਹਾਨੂੰ ਇੱਕ ਕੁਐਸਚਨ ਆ ਜਾਂਦਾ ਹੂ ਵਾਸ ਦਾ ਫਰਸਟ ਪ੍ਰਾਈਮ ਮਿਨਿਸਟਰ ਆਫ ਇੰਡੀਆ। ਇਹ ਤੁਹਾਡਾ ਕੁਐਸਚਨ ਆ, ਨੀਚੇ ਐਮਸੀਕਿਊਜ਼ ਦਾ ਕਿ ਪਹਿਲਾ ਪ੍ਰਾਈਮ ਮਿਨਿਸਟਰ ਕੌਣ ਸੀਗਾ ਇੰਡੀਆ ਦਾ। ਆਪਸ਼ਨ ਹੈ A ਜਵਾਹਰ ਲਾਲ ਨਹਿਰੂ, B ਮਨਮੋਹਨ ਸਿੰਘ, C ਨਰਿੰਦਰ ਮੋਦੀ। ਤੁਹਾਨੂੰ 3 ਆਪਸ਼ਨ ਆਈਆਂ ਕਿ ਪਹਿਲਾ ਜਵਾਹਰ ਲਾਲ ਨਹਿਰੂ ਹੈ, ਦੂਜਾ ਮਨਮੋਹਨ ਸਿੰਘ, ਤੀਜਾ ਨਰਿੰਦਰ ਮੋਦੀ। ਹੁਣ ਅਸੀਂ ਆਨਸਰ ਨੂੰ ਕਿਵੇਂ ਫਾਈਂਡ ਆਊਟ ਕਰਨਾ? ਇਹ ਨਹੀਂ ਕਿ ਕੋਈ ਵੀ ਆਨਸਰ ਕੀ ਤੁਹਾਨੂੰ ਪਤਾ ਤਾਂ ਵੀ ਲੱਗੂਗਾ, ਆਪਾਂ ਪੈਸਿਸ ਤੇ ਆ ਜਾਣਾ। ਆਪਾਂ ਹੂ ਦਾ ਫਰਸਟ ਪ੍ਰਾਈਮ ਮਿਨਿਸਟਰ ਸਾਨੂੰ ਪਤਾ ਲੱਗ ਗਿਆ ਕਿ ਇੱਥੋਂ ਲੋਕੇਸ਼ਨ ਸਟਾਰਟ ਹੋ ਰਹੀ ਆ, ਇੱਕ ਲੋਕੇਸ਼ਨ ਤੇ ਗਏ। ਫੋਰ ਐਗਜ਼ਾਮਪਲ D ਪੈਰਾਗ੍ਰਾਫ ਦੀ ਸੈਕਿੰਡ ਲਾਈਨ ਤੇ ਗੱਲ ਪਈ ਆ ਦਾ ਫਰਸਟ ਪ੍ਰਾਈਮ ਮਿਨਿਸਟਰ, ਠੀਕ ਆ, ਸਾਨੂੰ ਪਤਾ ਲੱਗ ਗਿਆ ਜੀ ਇਹ ਲੋਕੇਸ਼ਨ। ਹੁਣ ਉੱਥੇ ਲਿਖਿਆ ਵਾ ਦਾ ਕਰੰਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਜ਼ ਨਰਿੰਦਰ ਮੋਦੀ। ਹੁਣ ਦੇਖੋ ਉੱਥੇ ਲਿਖਿਆ ਕਿਹੜਾ ਪਹਿਲਾ ਵਾ, ਉਹ ਕਹਿ ਰਿਹਾ ਕਿ ਕਰੰਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ, ਮਤਲਬ ਪਹਿਲਾ ਤੇ ਕਰੰਟ ਨਰਿੰਦਰ ਮੋਦੀ ਦੀ ਆਪਸ਼ਨ ਕੱਟ ਹੋ ਗਈ। ਇਹਨੂੰ ਅਸੀਂ ਕਹਿੰਦੇ ਆ ਐਲੀਮੀਨੇਸ਼ਨ ਮੈਥਡ। ਐਲੀਮੀਨੇਟ ਕਰਕੇ ਆਨਸਰ ਤੇ ਅਸੀਂ ਪਹੁੰਚਣਾ ਹੁੰਦਾ। ਕਰੰਟ ਤੇ ਫਸਟ ਆਪਸ਼ਨ ਕੱਟ ਹੋ ਗਈ, ਉੱਥੇ ਪਹਿਲੇ ਪ੍ਰਾਈਮ ਮਿਨਿਸਟਰ ਪਏ ਆ, ਇੱਥੇ ਸਾਨੂੰ ਫਸਟ ਦੀ ਪੁੱਛਦੇ ਪਏ ਆ, ਸਾਡਾ ਆਨਸਰ C ਕੱਟ ਹੋ ਗਿਆ। ਆਪਸ਼ਨ ਬਚੀ ਸਾਡੇ ਕੋਲੇ A ਐਂਡ B ਜਵਾਹਰ ਲਾਲ ਨਹਿਰੂ ਐਂਡ ਮਨਮੋਹਨ ਸਿੰਘ। The current Prime Minister of India is Narendra Modi, and before Modi, Sardar Manmohan Singh was our Prime Minister of India. And if I talk about first Prime Minister, if I talk about after independence was Jawaharlal Nehru. ਜਿਹੜਾ ਕਹਿੰਦੇ ਨਰਿੰਦਰ ਮੋਦੀ ਤੋਂ ਪਹਿਲਾਂ ਕਿਹੜਾ ਸੀਗਾ? ਮਨਮੋਹਨ ਸਿੰਘ। ਬਟ ਸਾਨੂੰ ਸ਼ੋਰ ਨਹੀਂਗਾ ਕੀ ਪਤਾ ਨਰਿੰਦਰ ਮਨਮੋਹਨ ਸਿੰਘ ਉਦੋਂ ਦਾ ਚੱਲਦਾ ਹੁੰਦਾ ਹੋਵੇ। ਬਟ ਜਿਹੜਾ ਆਫਟਰ ਆਜ਼ਾਦੀ ਕਹਿੰਦੇ ਕਿਹੜਾ ਸੀਗਾ? ਜਵਾਹਰ ਲਾਲ ਨਹਿਰੂ। ਰੀਫਰੇਸ ਕਰਕੇ ਆਪਸ਼ਨ ਸਾਡੇ ਕੋਲੇ ਪਹਿਲੀ ਪਈ ਆ A। ਮਤਲਬ ਇਹ ਆ ਵੇ ਆਫ ਅਟੈਂਪਟਿੰਗ ਐਮਸੀਕਿਊ। ਐਮਸੀਕਿਊ ਦੇ ਲਈ ਮਲਟੀਪਲ ਚੁਆਇਸ ਕੁਐਸਚਨ ਦੇ ਲਈ ਤੁਸੀਂ ਐਲੀਮੀਨੇਸ਼ਨ ਮੈਥਡ ਯੂਜ਼ ਕਰਦੇ ਹੋ। ਐਲੀਮੀਨੇਟ ਕਰਦੇ ਜਾਓਗੇ ਕਿ ਆਹ ਇਨਫੋਰਮੇਸ਼ਨ ਮੈਚ ਨਹੀਂ ਹੋ ਰਹੀ, ਹਾਫ ਮੈਚ ਹੋ ਰਹੀ ਹੈ, ਕੱਟ ਹੋ ਗਈ, ਇਹਦੇ ਬਾਰੇ ਗੱਲ ਨਹੀਂ ਕੀਤੀ, ਕੱਟ ਹੋ ਗਈ। ਐਂ ਕਰਦੇ ਕਰਦੇ ਤੁਸੀਂ ਜਿਹੜੀ ਬਚ ਜਾਂਦੀ ਉਹਨੂੰ ਆਪਣੇ
ਜਦੋਂ ਤੁਸੀਂ ਇਨਫੋਰਮੇਸ਼ਨ ਕਰਦੇ ਹੋ ਤੁਹਾਨੂੰ ਆਨਸਰ ਮਿਲ ਜਾਂਦਾ। ਸਮ ਟਾਈਮ 10% ਐਂ ਵੀ ਹੁੰਦਾ ਕਿ ਇਨਫੋਰਮੇਸ਼ਨ ਗਿਵਨ ਨਹੀਂ ਹੁੰਦੀ, ਸਾਨੂੰ ਦੂਸਰੇ ਵੇ ਨਾਲ ਅਟੈਂਪਟ ਕਰਨਾ ਪੈਂਦਾ, ਲਾਈਕ ਐਲੀਮੀਨੇਟ ਕਰਕੇ ਆਨਸਰ ਤੇ ਜਾਣਾ ਪੈਂਦਾ ਲੌਜੀਕ ਦੇ ਨਾਲ। ਸੋ ਇਹ ਵੀ ਇੱਕ ਪਾਰਟ ਹੈ, ਇਹਦਾ ਬਹੁਤ ਧਿਆਨ ਨਾਲ ਤੁਸੀਂ ਅਟੈਂਪਟ ਕਰਨਾ ਬਹੁਤ ਚੰਗੇ ਤਰੀਕੇ ਨਾਲ। ਇਹ ਸੀਗਾ MCQ। ਨੈਕਸਟ ਆ ਗਿਆ ਸਾਡੇ ਕੋਲੇ ਟਰੂ ਫਾਲਸ ਨਾਟ ਗਿਵਨ, ਯੈਸ ਨੋ ਨਾਟ ਗਿਵਨ। ਸਭ ਤੋਂ ਪਹਿਲੀ ਹੁੰਦੀ ਹੈ ਕਿ ਯੈਸ ਨੋ ਲਿਖ ਦਿੰਦੇ ਟਰੂ ਫਾਲਸ ਦੀ ਜਗ੍ਹਾ ਯੈਸ ਨੋ। ਇਹ ਬਹੁਤ ਰੌਂਗ ਚੀਜ਼ ਹੈ। ਸਭ ਤੋਂ ਪਹਿਲੀ ਗੱਲ ਤੁਸੀਂ ਆਨਸਰ ਆਪਣਾ ਉੱਪਰ ਇਨਸਟਰਕਸ਼ਨਸ ਨੂੰ ਪੜ੍ਹਨਾ, ਅਗਰ ਟਰੂ ਫਾਲਸ ਲਿਖਿਆ ਤਾਂ ਟਰੂ ਫਾਲਸ ਲੱਗੂਗਾ, ਅਗਰ ਯੈਸ ਨੋ ਲਿਖਿਆ ਤਾਂ ਯੈਸ ਨੋ ਲੱਗੂਗਾ। ਸੈਕਿੰਡ, ਸ਼ਾਰਟ ਫਾਰਮ ਯੂਜ਼ ਨਹੀਂ ਹੋਣੀ, ਨਾ ਤੁਸੀਂ TF ਲਿਖ ਸਕਦੇ ਹੋ ਨਾ ਵਾਈ ਨੋ ਲਿਖ ਸਕਦੇ ਹੋ। ਕਲੀਅਰ। ਨੈਕਸਟ ਤੁਸੀਂ ਆਪਣਾ ਟਰੂ ਫਾਲਸ ਨਾਟ ਗਿਵਨ ਨੂੰ ਕਿਵੇਂ ਅਟੈਂਪਟ ਕਰਨਾ, ਸਿਮਿਲਰ ਵੇ ਨਾਲ ਆਪਣੇ ਯੈਸ ਨੋ ਨਾਟ ਗਿਵਨ। ਹੁਣ ਕਿ ਆਪਾਂ ਇੱਕ ਦੀ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਟਰੂ ਕੀ ਹੁੰਦਾ, ਤੁਸੀਂ ਅਗਰ ਜਦੋਂ ਅਟੈਂਪਟ ਕਰਦੇ ਹੋ ਰੀਡਿੰਗਸ ਡੇਲੀ ਬੇਸਿਸ ਤੇ ਕਰਦੇ ਹੋ ਤੇ ਸਾਈਡ ਤੇ ਲਿਖਿਆ ਹੁੰਦਾ ਇਫ ਦਾ ਸਟੇਟਮੈਂਟ ਐਗਰੀਜ਼ ਵਿਦ ਦਾ ਇਨਫੋਰਮੇਸ਼ਨ। ਜੇ ਸਟੇਟਮੈਂਟ ਐਗਰੀ ਕਰਦੀ ਹੈ ਇਨਫੋਰਮੇਸ਼ਨ ਨਾਲ ਜਾਂ ਮੈਚ ਹੁੰਦੀ ਆ, ਹੋ ਸਕਦਾ ਤੁਹਾਡੇ ਕੋਲ ਇਨਫੋਰਮੇਸ਼ਨ ਰੀਫਰੇਜ਼ ਕਰਕੇ ਪਈ ਹੋਵੇ ਪਰ ਜਿਹੜੀ ਸੈਂਸ ਹੈ ਉਹ ਮਿਲੇ। ਵਰਡਸ ਨੂੰ ਦੇਖ ਕੇ ਟਰੂ ਫਾਲਸ ਨਾਟ ਗਿਵਨ ਨਹੀਂ ਲਗਾਉਣੇ, ਹਮੇਸ਼ਾ ਸੈਂਸ ਨੂੰ ਮੈਚ ਕਰਨਗੇ। ਉੱਪਰ ਇੱਕ ਜਿਹੜੀ ਗੱਲ ਪਈ ਆ, ਜਿਹੜੇ ਕੀਵਰਡਸ ਆ ਉਹ ਤੁਹਾਨੂੰ ਲੋਕੇਸ਼ਨ ਤੇ ਲੈ ਕੇ ਜਾਣਗੇ, ਬਟ ਜਿਹੜਾ ਆਨਸਰ ਆ ਉਹ ਤੁਹਾਡੀ ਸੈਂਸ ਨਾਲ, ਆਪਣੀ ਸੈਂਸ ਲਗਾਓ ਕਿ ਇਹਦੀ ਆ ਗੱਲ ਬਣ, ਇਹਦੀ ਆ ਗੱਲ ਸੈਂਸ ਮੈਚ ਕਰਦੀ, ਆਨਸਰ ਜਾਂ ਯੈਸ। ਸੈਕਿੰਡ, ਫਾਲਸ ਹੁੰਦਾ ਇਫ ਦਾ ਸਟੇਟਮੈਂਟ ਕੰਟਰਾਡਿਕਟ ਵਿਦ ਦਾ ਇਨਫੋਰਮੇਸ਼ਨ। ਜਿਹੜੀ ਤੁਸੀਂ ਰੀਡਿੰਗ ਕਰਦੇ ਹੋ ਉਹਦੇ ਨਾਲ ਵੀ ਉੱਪਰ ਲਿਖਿਆ ਹੁੰਦਾ ਵਾ ਇਨਸਟਰਕਸ਼ਨ ਦੇ ਵਿੱਚ, ਜੇ ਸਟੇਟਮੈਂਟ ਕੰਟਰਾਡਿਕਟ ਕਰਦੀ ਹੈ, ਕੰਟਰਾਸਟ ਕਰਦੀ ਹੈ। ਫॉर ਜਿਵੇਂ ਆਪਾਂ ਕਲੋਜ਼ ਨੂੰ ਕੰਟਰਾਸਟ ਕਰਕੇ ਪਾਉਂਦੇ ਆ, ਉਵੇਂ ਜਿਹੜੀ ਸਟੇਟਮੈਂਟ ਉਹ ਵੀ ਕੰਟਰਾਸਟ ਹੁੰਦੀ ਆ। ਹਾਫ ਇਨਫੋਰਮੇਸ਼ਨ ਮੈਚ ਹੈ, ਹਾਫ ਇਨਫੋਰਮੇਸ਼ਨ ਨਹੀਂ ਮੈਚ, ਇਟ ਮੀਨਸ ਉਹ ਕੰਟਰਾਸਟ ਹੋ ਰਹੀ ਹੈ। ਕੰਟਰਾਸਟ ਹੋ ਗਿਆ, ਆਨਸਰ ਕੀ ਹੋ ਗਿਆ? नो। मतलब हाफ इंफॉर्मेशन मैच, हाफ। I went to जलंधर for my exam। मैं जलंधर गया, मैं जलंधर एग्जाम दे गया। इंफॉर्मेशन गिवन है बट हाफ मिसमैच है, एग्जाम वाला पर्पस ਉਹਦੇ ਵਿੱਚ ਨਹੀਂ ਹੈਗਾ, ਆਨਸਰ ਇਜ਼ ਫਾਲਸ। ਨਾਟ ਗਿਵਨ ਕਦੋਂ ਹੁੰਦਾ? ਜਦੋਂ ਇਨਫੋਰਮੇਸ਼ਨ ਪੈਸਿਸ ਦੇ ਵਿੱਚ ਮੈਚ ਨਾ ਹੋਵੇ। ਪਰ ਬੱਚੇ ਕੀ ਕਰਦੇ ਆ, ਨਾਟ ਗਿਵਨ ਜਗ੍ਹਾ ਫਾਲਸ ਕਿਵੇਂ ਕਰ ਦਿੰਦੇ ਆ? ਕੀਵਰਡਸ ਨੂੰ ਦੇਖ ਕੇ ਕਿ ਇਹਦੇ ਵਿੱਚ ਇੱਕ ਆਹ ਵਾਲਾ ਵਰਡ ਦਿੱਤਾ ਹੋਇਆ। ਨੋ, ਜਿਹੜੇ ਕੀਵਰਡ ਆ ਉਹ ਤੁਹਾਨੂੰ ਕਨਫਿਊਜ਼ ਕਰਨ ਨੂੰ ਵੀ ਹੋ ਸਕਦੇ। ਜਦੋਂ ਤੁਹਾਡੀ ਸੈਂਸ ਹੈ, ਆਪ ਦੋਨਾਂ ਦਾ ਕੋਈ ਲੈਣ ਦੇਣ ਨਾ ਰਵੇ, ਮੈਚ ਨਾ ਹੋਣ, ਕੋਈ ਸੈਂਸ ਨਾ ਬਣੇ ਆਪਸ ਦੇ ਵਿੱਚ, ਤਾਂ ਆਨਸਰ ਉਦੋਂ ਨਾਟ ਗਿਵਨ ਹੁੰਦਾ। ਕਲੀਅਰ? ਮਤਲਬ ਨਾਟ ਗਿਵਨ ਕਦੋਂ ਹੁੰਦਾ? ਜਿਹੜੇ ਕੀਵਰਡ ਆ, ਹੋ ਸਕਦਾ ਇੱਕ ਦੋ ਮੈਚ, ਮੰਨ ਲਓ ਉਧਰ ਪ੍ਰਾਈਮ ਲਿਖਿਆ, ਉਧਰ ਵੀ ਪ੍ਰਾਈਮ ਲਿਖਿਆ ਹੋਵੇ, ਮਿਨਿਸਟਰ ਮੈਚ, ਪ੍ਰਾਈਮ ਮਿਨਿਸਟਰ, ਤੁਹਾਡੇ ਦੋਨੇ ਵਰਡ ਮੈਚ ਕਰਦੇ, ਪਰ ਸੈਂਸ, ਅਗਰ ਸੈਂਸ ਨਹੀਂ ਮੈਚ ਤਾਂ ਤੁਹਾਡਾ ਆਨਸਰ ਨਹੀਂ ਮੈਚ ਹੋਊਗਾ, ਨਾਟ ਗਿਵਨ ਹੋਊਗਾ। ਟਰੂ ਫਾਲਸ ਨਾਟ ਗਿਵਨ ਦੇ ਵਿੱਚ ਕੀਵਰਡਸ ਸਿਰਫ ਇੰਨਾ ਕੁ ਰੋਲ ਪਲੇ ਕਰਦੇ ਆ, ਤੁਹਾਨੂੰ ਲੋਕੇਸ਼ਨ ਤੇ ਲੈ ਕੇ ਜਾਂਦੇ ਆ। ਜਿਹੜਾ ਕਰੈਕਟ ਆਨਸਰ ਆ ਉਹ ਤੁਸੀਂ ਸੈਂਸ ਤੋਂ ਹੀ ਲਗਾਉਣਾ, ਚਾਹੇ ਟਰੂ ਆ, ਚਾਹੇ ਫਾਲਸ ਆ, ਚਾਹੇ ਨਾਟ ਗਿਵਨ ਆ। ਟਰੂ ਨੂੰ ਰੀਫਰੇਜ਼ ਕੀਤਾ ਹੋ ਸਕਦਾ, ਲਾਈਕ ਆਪਾਂ ਪੈਸਿਵ ਫਾਰਮ ਕਰਦੇ ਹੁੰਦੇ ਆ, ਸਿੰਪਲ ਦੀ ਉਹ ਚੀਜ਼ ਹੋ ਸਕਦੀ ਆ। ਫਾਲਸ ਮੈਂ ਰਿਪੀਟ ਕਰਦਾ, ਨਾਟ ਫਾਲਸ ਹੁੰਦਾ ਮਿਸਮੈਚ, ਨਾਟ ਗਿਵਨ ਜਦੋਂ ਇਨਫੋਰਮੇਸ਼ਨ ਨਾ ਗਿਵਨ ਹੋਵੇ। ਇਹ ਵੇ ਆ ਟਰੂ ਫਾਲਸ ਨਾਟ ਗਿਵਨ ਅਟੈਂਪਟ ਕਰਨ ਦਾ। ਜਦੋਂ ਵੀ ਤੁਸੀਂ ਆਨਸਰ ਆਪਣੇ ਰੀਅਲ ਐਗਜ਼ਾਮ ਦੇ ਵਿੱਚ ਵੀ ਲਿਖਦੇ ਹੋ, ਨਾਲ ਦੀ ਨਾਲ ਲਿਖਣੇ ਆ ਤਾਂ ਨਾਲ ਦੀ ਦੂਸਰੀ ਸ਼ੀਟ ਤੇ ਜਿਹੜੀ ਤੁਹਾਨੂੰ 10 ਮਿੰਟਸ ਜਿਹੜੀ ਤੁਹਾਨੂੰ ਟ੍ਰਾਂਸਫਰ ਕਰਨ ਦੇ ਲਈ 10 ਮਿੰਟਸ ਰੀਡਿੰਗ ਦੇ ਵਿੱਚ ਨਹੀਂ ਮਿਲਦੇ, ਸੋ ਨਾਲ ਦੀ ਨਾਲ ਟ੍ਰਾਂਸਫਰ ਕਰਦੇ ਜਾਓ। ਜਦੋਂ ਹੀ ਆਨਸਰ ਮਿਲਿਆ ਨਾਲ ਦੀ ਨਾਲ ਟ੍ਰਾਂਸਫਰ ਕਰ ਦਿਓ, ਜਦੋਂ ਹੀ ਮਿਲਿਆ ਨਾਲ ਦੀ ਨਾਲ ਟ੍ਰਾਂਸਫਰ ਕਰ ਦਿਓ। ਕਈ ਕੀ ਕਰਦੇ ਆ, ਪਹਿਲਾਂ ਰੀਡਿੰਗ ਤੇ ਸਾਰਾ, ਫਿਰ ਤੁਸੀਂ ਉਹ ਦੂਸਰੀ ਚੀਜ਼ ਤੇ ਜਾਓਗੇ ਸਾਰਾ ਲਿਖਣ ਦੇ ਲਈ। ਇਹਦੇ ਨਾਲ ਤੁਹਾਡਾ ਬਹੁਤ ਵੈਲਿਊਏਬਲ ਟਾਈਮ ਖਰਾਬ ਹੁੰਦਾ, ਜਾਂ ਐਂਡ ਤੇ ਤੁਸੀਂ ਆਪਣੇ ਲੱਭੇ ਹੋਏ ਮਿਹਨਤ ਵਾਲੇ ਆਨਸਰ ਟ੍ਰਾਂਸਫਰ ਕਰਨ। ਸੋ ਜਿਹੜਾ ਵੀ ਮਿਲਦਾ ਆਨਸਰ ਨਾਲ ਐਂਡ ਕੈਪੀਟਲ ਦੇ ਵਿੱਚ ਟ੍ਰਾਂਸਫਰ ਕਰੋ ਆਨਸਰ, ਐਂਡ ਹਰ ਇੱਕ ਵਰਡ ਕੈਪੀਟਲ, ਇੱਕ ਕੈਪੀਟਲ, ਇੱਕ ਸਮਾਲ, ਇੱਕ ਕੈਪੀਟਲ, ਇੱਕ ਸਮਾਲ, ਸਾਰੇ ਆਨਸਰ ਕੈਪੀਟਲ ਦੇ ਵਿੱਚ ਟ੍ਰਾਂਸਫਰ ਕਰਨੇ ਆ। ਕੋਈ ਐਕਸਟਰਾ ਟਾਈਮ ਨਹੀਂ ਕਰਨ ਦੇ ਲਈ, ਨਾਲ ਦੀ ਨਾਲ ਉਹ ਬੈਟਰ ਆਪਸ਼ਨ। ਗਾਇਸ, ਇਹ ਸੀ ਆਪਣਾ ਅੱਜ ਦਾ ਰੀਡਿੰਗ ਦਾ ਲਾਈਕ ਟਿਪਸ ਐਂਡ ਟ੍ਰਿਕਸ ਦਾ ਇੰਪੋਰਟੈਂਟ ਚੈਪਟਰ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹਦੀ ਅੰਡਰਸਟੈਂਡਿੰਗ ਹੋਈ ਹੋਗੀ, ਸਮਝ ਲੱਗੀ ਹੋਗੀ। ਜੇ ਵੀਡੀਓ ਵਧੀਆ ਲੱਗੇ ਗਾਇਸ, ਲਾਈਕ, ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਣਾ। ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ, ਆਪਣਾ ਫੀਡਬੈਕ ਦਿਆ ਕਰੋ ਕਿ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀਡੀਓ, ਕਿਉਂਕਿ ਇਹ ਕਿਤੇ ਨਾ ਕਿਤੇ ਮੋਟੀਵੇਟ ਕਰਦੀ ਹੈ। ਐਂਡ ਨੀਚੇ ਸਬਸਕ੍ਰਾਈਬ ਦੀ ਆਪਸ਼ਨ ਆ ਰਹੀ ਹੈ, ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਆ ਕਰੋ। ਬਹੁਤ ਸਾਰੀਆਂ ਯੂਜ਼ਫੁਲ ਤੁਹਾਨੂੰ ਚੀਜ਼ਾਂ ਮਿਲਦੀਆਂ ਰਹਿਣਗੀਆਂ। ਥੈਂਕ ਯੂ ਸੋ ਮਚ ਗਾਇਸ ਫॉर ਬੀइंग ਹੇਅਰ ਐਂਡ ਵਾਚਿੰਗ ਦਿਸ ਵੀਡੀਓ।